ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਤੋਂ ਮੈਂ ਹਾਂ ਰਾਜੇਸ਼ਵਰ ਕੌਰ। ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਨੂੰ ਮਿਲਾਉਂਦੇ ਹਾਂ ਪੰਥ ਦੀਆਂ ਉਹਨਾਂ ਸਿੰਘਣੀਆਂ ਨਾਲ, ਉਹਨਾਂ ਬੀਬੀਆਂ ਨਾਲ ਜਿਹੜੀਆਂ ਵੱਖ-ਵੱਖ ਖੇਤਰਾਂ ਵਿੱਚ ਆਪਣੇ ਤੌਰ 'ਤੇ ਸੇਵਾਵਾਂ ਨਿਭਾ ਰਹੀਆਂ ਨੇ, ਜਿਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ ਹੈ, ਜਿਨ੍ਹਾਂ ਨੂੰ ਪੰਥ ਨੇ ਇਹ ਸਤਿਕਾਰ ਦਿੱਤਾ ਹੈ ਕਿ ਉਹਨਾਂ ਨਿਸ਼ਕਾਮ ਜੋ ਸੇਵਾਵਾਂ ਨਿਭਾਈਆਂ ਨੇ, ਅੱਜ ਉਹਨਾਂ ਨੂੰ ਵੇਖ ਕੇ ਹੋਰ ਕਿਤਨੀਆਂ ਹੀ ਮੇਰੀਆਂ ਭੈਣਾਂ, ਬੀਬੀਆਂ, ਬੱਚੀਆਂ ਉਹਨਾਂ ਦੇ ਮਗਰ ਹੋ ਤੁਰੀਆਂ ਨੇ ਅਤੇ ਉਹ ਅਗਾਂਹ ਇਸ ਗੱਲ ਵਿੱਚ ਮਦਦ ਕਰਦੇ ਨੇ ਅਤੇ ਕਿਵੇਂ ਅਸੀਂ ਸਤਿਗੁਰੂ ਦੇ ਨੇੜੇ ਹੋ ਜਾਈਏ। ਇਸ ਗੱਲ ਵਿੱਚ, ਇਸ ਕਾਰਜ ਵਿੱਚ ਉਹ ਸਾਡੇ ਲਈ ਐਸੇ ਸਾਥੀ ਬਣਦੀਆਂ ਨੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਂਦੀਆਂ ਨੇ। ਅਤੇ ਕਿਉਂਕਿ ਇਸ ਪ੍ਰੋਗਰਾਮ ਦਾ ਇੱਕ ਖਾਸ ਮੰਤਵ ਹੈ ਕਿ ਜੋ ਬਹੁਤ ਸਾਰੀਆਂ ਐਸੀਆਂ ਜੋ ਹਿਡਨ ਟੈਲੈਂਟ ਹੈ ਸਾਡੇ ਪੰਥ ਵਿੱਚ, ਸਾਡੀ ਕੌਮ ਵਿੱਚ, ਜੋ ਕਿਸੇ ਨਾ ਕਿਸੇ ਕਾਰਨ ਵਜੋਂ ਸਾਹਮਣੇ ਨਹੀਂ ਆਉਣਾ ਚਾਹੁੰਦੇ ਜਾਂ ਉਹ ਇਹ ਸੋਚਦੇ ਨੇ ਕਿ ਹੁਣ ਅਸੀਂ ਕੀ ਕਰਨਾ ਹੈ ਅਤੇ ਹੁਣ ਹੀ ਤਾਂ ਸਭ ਕੁਛ ਕਰਨਾ ਹੈ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ, ਇਸ ਲਈ ਜੇ ਮਿਲਿਆ ਹੈ ਤੇ ਇਸ ਨੂੰ ਸਫਲ ਬਣਾ ਲਈਏ, ਕੁਛ ਕਰ ਜਾਈਏ। ਐਸੀਆਂ ਬੀਬੀਆਂ ਨਾਲ ਅਸੀਂ ਆਪ ਜੀ ਨੂੰ ਮਿਲਾਉਂਦੇ ਹਾਂ ਅਤੇ ਅੱਜ ਮੇਰੇ ਨਾਲ ਸਟੂਡੀਓ ਵਿੱਚ ਜੋ ਤਸ਼ਰੀਫ ਰੱਖ ਰਹੇ ਨੇ ਉਹ ਨੇ ਪੰਥ ਦੇ ਬੜੇ ਹੀ ਪ੍ਰਸਿੱਧ ਕਥਾਵਾਚਕ, ਜਿਨ੍ਹਾਂ ਨੂੰ ਪੰਥ ਨੇ ਬੜਾ ਹੀ ਪਿਆਰ ਔਰ ਸਤਿਕਾਰ ਦਿੱਤਾ ਹੈ। ਉਹਨਾਂ ਦੀ ਬੜੀ ਹੀ ਸੂਝਵਾਨ ਧੀ ਬੀਬੀ ਮਨਰਾਜ ਕੌਰ ਜੀ। ਅਤੇ ਸਭ ਤੋਂ ਪਹਿਲਾਂ ਗੱਲਬਾਤ ਆਰੰਭ ਕਰਨ ਤੋਂ ਪਹਿਲਾਂ ਆਓ ਉਹਨਾਂ ਨਾਲ ਫਤਿਹ ਦੀ ਸਾਂਝ ਕਰੀਏ। ਬੀਬੀ ਮਨਰਾਜ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਬਾਰੇ ਕੁਛ ਵੀ ਦੱਸਾਂ ਜਾਂ ਕਹਾਂ, ਇਹ ਸ਼ਾਇਦ ਮੇਰੀ ਇੱਕ ਭੁੱਲ ਹੋਏਗੀ, ਕਿਉਂਕਿ ਆਪ ਜੀ ਜੋ ਕਰ ਰਹੇ ਹੋ ਉਹ ਬਹੁਤ ਵੱਡਾ ਹੈ। ਆਪ ਜੀ ਦੇ ਐਕਸਪੀਰੀਅੰਸ ਹਰ ਪੱਖ ਤੋਂ ਆਪ ਜੀ ਮੇਰੇ ਕਹਿਣ ਔਰ ਸਮਝਾਉਣ ਤੋਂ ਬਹੁਤ ਵੱਡੇ ਹੋ। ਇਸ ਲਈ ਮੈਂ ਚਾਹਾਂਗੀ ਕਿ ਆਪ ਜੀ ਆਪਣੇ ਬਾਰੇ ਆਪਣੇ ਹੀ ਸ਼ਬਦਾਂ ਵਿੱਚ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲੇ ਸਰੋਤਿਆਂ ਨੂੰ ਆਪਣੇ ਬਾਰੇ ਕੁਝ ਜਾਣਕਾਰੀ ਦਿਓ। ਨਾ ਪਤਾ ਲੱਗ ਹੀ ਗਿਆ ਜੀ ਸਾਰਿਆਂ ਨੂੰ। ਮਨਰਾਜ ਕੌਰ, ਮਾਨ ਨੇ ਜ਼ਿੰਦਗੀ ਦੇ ਇੱਕ ਮਾਨ ਹੈ, ਪਰਮਾਤਮਾ ਨੇ ਗੁਰਸਿੱਖ ਦੇ ਰੂਪ ਵਿੱਚ ਜਨਮ ਦਿੱਤਾ। ਦੂਜਾ ਮਾਨ ਹੈ ਗੁਰਸਿੱਖ ਪਰਿਵਾਰ ਵਿੱਚ, ਉੱਘੇ ਗੁਰਸਿੱਖ ਪਰਿਵਾਰ ਵਿੱਚ ਪਿਤਾ ਜੀ ਗਿਆਨੀ ਜਗਜੀਤ ਸਿੰਘ ਸਿੱਧਕੀ ਪਹਿਲਾਂ ਉੱਘੇ ਕੀਰਤਨੀਏ ਰਹੇ ਅਤੇ ਬਾਅਦ ਵਿੱਚ ਕਥਾਵਾਚਕ। ਮਾਤਾ ਜੀ ਅੰਮ੍ਰਿਤ ਕੌਰ ਆਪਣੇ ਹੋਸ਼ ਸੰਭਾਲਣ ਤੋਂ ਹੀ ਐਜ਼ ਪੰਜਾਬੀ ਲੈਂਗੁਏਜ ਟੀਚਰ ਆਪਣੇ ਕੈਰੀਅਰ ਵਿੱਚ ਰਹੇ। ਸੋ ਗੁਰਮਤ, ਪੰਜਾਬੀ ਸਾਹਿਤ, ਗੁਰਮਤ ਸਾਹਿਤ, ਇਹਦੀ ਜੋ ਘਰੋਂ ਪਿਤਾ ਪੁਰਖੀ ਵਿਰਾਸਤ ਮਿਲੀ, ਉਹਦੇ ਲਈ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਇਸ ਵਿਰਾਸਤ ਨੂੰ ਪਤਾ ਨਹੀਂ ਅਸੀਂ ਆਪਣੇ ਵੱਡਿਆਂ ਦੀ ਤਰ੍ਹਾਂ ਅੱਗੇ ਤੋਰ ਸਕੇ ਹਾਂ ਜਾਂ ਨਹੀਂ। ਯਤਨ ਜ਼ਰੂਰ ਹੈ ਕਿ ਜੋ ਮਿਲਿਆ ਹੈ ਉਸ ਨੂੰ ਅਗਲੀ ਪੀੜ੍ਹੀ ਤੱਕ ਦੇ ਸਕੀਏ ਜੀ। ਇੱਕ ਐਸੇ ਪਰਿਵਾਰ ਵਿੱਚ ਮਨਰਾਜ ਕੌਰ ਜੀ ਦਾ ਜਨਮ ਹੋਇਆ ਹੈ ਜਿੱਥੇ ਇਹਨਾਂ ਨੂੰ ਗੁਰੂ ਦੀ ਵਡਮੁੱਲੀ ਦਾਤ ਕੀਰਤਨ ਅਤੇ ਇਸ ਦੇ ਨਾਲ ਨਾਲ ਗੁਰਮਤ ਦੀ ਵਿਚਾਰ ਇਹਨਾਂ ਦੀ ਝੋਲੀ ਵਿੱਚ ਪਈ ਹੈ। ਹਰ ਕਿਸੇ ਨੂੰ ਸ਼ਾਇਦ ਇਹ ਅਵਸਰ ਜਾਂ ਇਹ ਭਾਗ ਐਸੇ ਪ੍ਰਾਪਤ ਨਾ ਹੋਣ, ਪਰ ਇੱਕ ਉੱਦਮ ਤੇ ਉਪਰਾਲਾ ਸਤਿਗੁਰੂ ਅੱਗੇ ਅਰਦਾਸ ਜ਼ਰੂਰ ਹੁੰਦੀ ਹੈ ਕਿ ਸਤਿਗੁਰੂ ਸਾਡੀ ਝੋਲੀ ਵਿੱਚ ਗੁਰੂ ਨਾਨਕ ਦੀ ਵੱਡੀ ਦਾਤ ਕੀਰਤਨ ਅਤੇ ਇਸ ਦੇ ਨਾਲ ਨਾਲ ਸ਼ਬਦ ਦੀ ਵਿਚਾਰ ਸਾਡੀ ਝੋਲੀ ਵਿੱਚ ਪੈ ਜਾਵੇ। ਜਿਨ੍ਹਾਂ ਨੂੰ ਪਰਿਵਾਰਾਂ 'ਚੋਂ ਨਹੀਂ ਮਿਲਦਾ ਉਹ ਫਿਰ
ਅਧਿਆਪਕਾਂ ਕੋਲ ਜਾਂਦੇ ਨੇ ਤਾਂ ਜੋ ਉਹ ਕੁਝ ਸਿੱਖ ਸਕਣ, ਤਾਂ ਜੋ ਉਸ ਦੀ ਸਿਖਲਾਈ ਲੈ ਸਕਣ। ਇਹ ਕਾਰਜ ਬੀਬੀ ਮਨਰਾਜ ਕੌਰ ਜੀ ਕਰ ਰਹੇ ਨੇ। ਮੈਂ ਇਹ ਪੁੱਛਣਾ ਚਾਹਾਂਗੀ ਕਿ ਇਹ ਤੇ ਆਪ ਜੀ ਨੂੰ ਘਰੋਂ ਪ੍ਰਾਪਤ ਹੋਇਆ, ਇਸ ਤੋਂ ਇਲਾਵਾ ਆਪ ਜੀ ਨੇ ਐਜੂਕੇਸ਼ਨ ਕੀ ਔਰ ਕਿੱਥੇ ਕਿੱਥੇ ਪ੍ਰਾਪਤ ਕੀਤੀ? ਮੈਂ BA ਕੀਤੀ ਸੀ ਸਨ 1983 ਵਿੱਚ ਮਾਸਟਰ ਤਾਰਾ ਸਿੰਘ ਕਾਲਜ ਤੋਂ। ਪ੍ਰਿੰਸੀਪਲ ਕੁਲਦੀਪ ਕੌਰ ਆਪਣੇ ਆਪ ਵਿੱਚ ਇੱਕ ਬਹੁਤ ਵੱਡਮੁੱਲੀ ਸ਼ਖਸੀਅਤ, ਉਹਨਾਂ ਦੀ ਰਹਿਨੁਮਾਈ ਦੇ ਹੇਠਾਂ ਬੜਾ ਕੁਝ ਉਹਨਾਂ ਦੇ ਜੀਵਨ ਤੋਂ ਸਿੱਖਣ ਨੂੰ ਮਿਲਿਆ ਸੀ। ਪ੍ਰਿੰਸੀਪਲ ਸੰਪੂਰਨ ਸਿੰਘ ਇੰਗਲਿਸ਼ ਦੇ ਸਾਡੇ ਉਸ ਵੇਲੇ ਆਨਰੇਰੀ ਲੈਕਚਰਰ ਹੋਇਆ ਕਰਦੇ ਸੀ। ਜੀਵਨ ਵਿੱਚ ਖਿੜੇ ਰਹਿਣਾ ਤੇ ਪੋਜ਼ਿਟਿਵ ਰਹਿਣਾ ਉਹਨਾਂ ਤੋਂ ਸਿੱਖਿਆ ਸੀ। ਉਹ 17-75 ਦੀ ਉਮਰ ਵਿੱਚ ਵੀ ਬਿਲਕੁਲ ਨੌਜਵਾਨਾਂ ਦੀ ਤਰ੍ਹਾਂ ਸਨ। ਫਿਰ ਜੀਵਨ ਵਿੱਚ ਪਲਟਾ ਆਇਆ ਸ਼ਾਦੀशुदा ਜ਼ਿੰਦਗੀ ਵਿੱਚ। ਉੱਥੇ ਮੇਰੇ ਜੋ ਧਰਮ ਪਿਤਾ ਸਰਦਾਰ ਗੁਰਬਖਸ਼ ਸਿੰਘ, ਉਹ ਵੀ ਗੁਰਦੁਆਰਾ ਸਾਹਿਬ ਨਾਲ ਐਸੋਸੀਏਟ ਹੋਣ ਕਰਕੇ ਘਰ ਦਾ ਮਾਹੌਲ ਸਾਰਾ ਹੀ ਧਾਰਮਿਕ ਰਿਹਾ। ਬਹੁਤ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲਿਆ। ਕਦੀ ਲੱਗਿਆ ਹੀ ਨਹੀਂ ਕਿ ਪੇਕਾ ਘਰ ਛੱਡ ਕੇ ਸਹੁਰੇ ਘਰ ਚਲੇ ਗਏ ਹਾਂ। 84 ਦੇ ਰਾਇਟਸ ਹੋ ਗਏ। ਮੁਗਲ ਸਰਾਏ ਵਾਰਾਣਸੀ ਦੇ ਨੇੜੇ ਸ਼ਹਿਰ ਹੈ, ਉੱਥੋਂ ਮਾਈਗ੍ਰੇਟ ਕਰਕੇ ਵਾਪਸ ਪੰਜਾਬ ਆ ਗਏ। ਇੱਥੇ ਫਿਰ ਵਾਪਸ ਉਸੇ ਮਾਹੌਲ ਵਿੱਚ, ਜੋ ਮਾਹੌਲ ਵਿਆਹ ਤੋਂ ਪਹਿਲਾਂ ਇੱਥੇ ਲੁਧਿਆਣੇ CMC ਚੌਂਕ ਦੇ ਨੇੜੇ ਮੇਰਾ ਪੇਕਾ ਪਰਿਵਾਰ, ਪਿਤਾ ਜੀ ਹੋਰੀ ਉੱਥੇ ਸਨ। ਪਹਿਲਾਂ ਇੱਥੇ ਵਿਆਹ ਉੱਥੇ ਹੋ ਗਿਆ ਮੁਗਲ ਸਰਾਏ, ਉੱਥੋਂ ਵਾਪਸ ਆ ਕੇ ਫਿਰ ਇੱਥੇ ਹੀ। ਤਾਂ ਫਿਰ ਉਹੀ ਵਾਪਸ ਲਗਾਤਾਰ ਗੁਰਦੁਆਰਾ ਕਲਗੀਧਰ ਸਾਹਿਬ ਦੀ ਸੰਗਤ, ਵੱਖਰੇ ਵੱਖਰੇ ਵਿਦਵਾਨਾਂ ਦੀ ਸੰਗਤ, ਗਿਆਨੀ ਹਰਭਜਨ ਸਿੰਘ ਨਿਊਯਾਰਕ, ਵੀਰ ਜੀ ਸਰਬਜੀਤ ਸਿੰਘ, ਵੀਰ ਜੀ ਆਪਣਾ ਬਹੁਤ ਸਾਰੇ ਕਥਾਵਾਚਕ ਜੋ ਸਨ। ਲਗਾਤਾਰ ਇੱਕ ਕੀਰਤਨ ਵੱਲ ਝੁਕਾਅ ਨਹੀਂ ਸੀ ਮੇਰਾ, ਕਥਾ ਵੱਲ ਝੁਕਾਅ ਬਹੁਤ ਜ਼ਿਆਦਾ ਸੀ। ਸਵੇਰੇ ਜਲਦੀ ਦੋਨਾਂ ਬੱਚਿਆਂ ਨੂੰ ਸਕੂਲ ਭੇਜ ਕੇ, ਪਤੀ ਨੂੰ, ਆਪਣੇ ਹਸਬੈਂਡ ਨੂੰ ਕੰਮ 'ਤੇ ਭੇਜ ਕੇ, ਬੱਚਿਆਂ 'ਤੇ ਜਾਣ ਤੋਂ ਬਾਅਦ ਘਰ ਨੂੰ ਲੌਕ ਕਰਨਾ ਅਤੇ ਕਲਗੀਧਰ ਗੁਰਦੁਆਰਾ ਸਾਹਿਬ ਆ ਜਾਣਾ। ਉੱਥੇ 1.25 ਘੰਟਾ ਕਥਾ ਹੁੰਦੀ ਸੀ। ਤਾਂ ਰੈਗੂਲਰ ਉਹਨੂੰ 10 ਕੁ ਸਾਲ ਸੁਣਦਿਆਂ ਇਹ ਹੋਰ ਪਿਤਾ ਜੀ ਦਾ ਵੀ ਜੋ ਕੀਰਤਨ ਦਾ ਆਪਣਾ ਸਟਾਈਲ ਸੀ, ਉਹਦੇ ਵਿੱਚ ਉਹ ਵਿਚਾਰ ਨੂੰ ਜ਼ਿਆਦਾ ਪ੍ਰਮੁੱਖਤਾ ਦਿੰਦੇ ਸੀ। ਇੱਕ ਸ਼ਬਦ ਪੜ੍ਹਨਾ ਅਤੇ ਉਹਨੂੰ ਅੱਧੇ ਪੌਣੇ ਘੰਟੇ ਤੱਕ ਉਹਦੀ ਵਿਆਖਿਆ ਕਰਨੀ। ਸੋ ਗੁਰਬਾਣੀ ਵਿਆਖਿਆ ਵੱਲ ਝੁਕਾਅ ਸ਼ੁਰੂ ਤੋਂ ਹੀ ਰਿਹਾ। ਕੀਰਤਨ ਹਾਲਾਂਕਿ ਘਰ ਦੇ ਵਿੱਚ ਸੀ, ਪਰ ਉੱਧਰ ਝੁਕਾਅ ਬਹੁਤਾ ਨਹੀਂ ਰਿਹਾ। ਇਹ ਵਿਚਾਰ ਵਾਲਾ ਪੱਖ ਜੋ ਹੈ ਉਹ ਅੱਗੇ ਚੱਲਦਾ ਗਿਆ। 96 ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਬਣਿਆ। ਪਿਤਾ ਜੀ ਉਸਦੇ ਫਾਊਂਡਰ ਪ੍ਰਿੰਸੀਪਲ ਸਨ, ਗਿਆਨੀ ਜਗਜੀਤ ਸਿੰਘ ਸਿੱਧਕੀ। 97 ਵਿੱਚ ਮੇਰੇ ਹਸਬੈਂਡ ਦੇ ਐਕਸਪਾਇਰ ਹੋ ਜਾਣ ਤੋਂ ਬਾਅਦ ਮੈਂ ਆਪਣੀ ਫਰਦਰ ਸਟੱਡੀ ਸ਼ੁਰੂ ਕੀਤੀ। ਤਾਂ ਮੈਨੂੰ ਲੱਗਿਆ ਕਿ ਮੈਂ ਕਿਹੜੇ ਫੀਲਡ ਵਿੱਚ ਜਾਵਾਂ। ਐਜ਼ ਕੰਪਿਊਟਰ ਟੀਚਰ ਜੋਬ ਕੀਤੀ ਥੋੜ੍ਹਾ ਚਿਰ, ਪਰ ਨਾ ਮਨ ਉਹਦੇ ਵਿੱਚ ਲੱਗਦਾ ਨਹੀਂ ਸੀ। ਮਨ ਸਾਰੇ ਦਾ ਸਾਰਾ ਝੁਕਾਅ ਗੁਰਬਾਣੀ ਵਾਲੇ ਪਾਸੇ ਸੀ। ਤਾਂ MA ਕੰਪੈਰੇਟਿਵ ਰਿਲੀਜੀਅਸ ਸਟੱਡੀਜ਼ ਕਰਕੇ ਮੈਂ ਮੁੜ ਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਹੀ ਐਜ਼ ਲੈਕਚਰਰ ਜੁਆਇਨ ਕਰ ਲਿਆ। ਸੋ ਪਿਛਲੇ 14 ਸਾਲ ਤੋਂ ਮਾਲਿਕ ਇਸੇ ਕੰਮ 'ਚ ਸੇਵਾ ਲੈ ਰਿਹਾ ਜੀ। ਇੱਥੇ ਹੀ ਰਹਿੰਦੇ ਹਾਂ। ਕੰਵਰ ਮਹਿੰਦਰ ਪ੍ਰਤਾਪ ਸਿੰਘ ਜੋ ਪਿਤਾ ਜੀ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਬਣੇ, ਉਹਨਾਂ ਦੀ ਸ਼ਖਸੀਅਤ ਤੋਂ ਮੈਂ ਕਾਫੀ ਪ੍ਰਭਾਵਿਤ ਰਹੀ। ਬਹੁਤ ਸਾਰਾ ਕੁਛ ਉਹਨਾਂ ਨੇ ਪਿਤਾ ਦੀ ਤਰ੍ਹਾਂ ਹੀ ਕੋਲ ਬਿਠਾ ਕੇ ਗੁਰਮਤਿ ਦਾ ਸਿਖਾਇਆ। ਸੱਚ ਦੱਸਾਂ ਤਾਂ ਮੇਰੇ ਦਾਦੀ ਜੀ ਮੇਰੇ ਬਚਪਨ ਤੋਂ ਮੇਰੇ ਗੁਰਮਤਿ ਦੇ ਪਹਿਲੇ ਉਸਤਾਦ ਰਹੇ, ਜਿਨ੍ਹਾਂ ਨੇ ਮੈਨੂੰ ਕੋਲ ਬਿਠਾ ਕੇ ਸਾਖੀਆਂ ਸੁਣਾਉਣਾ। ਅਤੇ ਇੱਕ ਜੋ ਅੱਜ ਕੱਲ੍ਹ ਮੈਂ ਕਹਿਣਾ ਚਾਹਾਂਗੀ ਇੱਥੇ ਕਿ ਅੱਜ ਕੱਲ੍ਹ ਖੁਦ ਵੀ ਹੁਣ ਮੈਂ ਨਾਨੀ ਹਾਂ, ਤਾਂ ਸ਼ਾਇਦ ਸਾਡੇ ਵਿੱਚ ਵੀ ਅਜਿਹੀ ਚੀਜ਼ ਨਹੀਂ ਹੈ। ਉਹਨਾਂ ਨੇ ਕਹਿਣਾ, ਪੁੱਤਰ ਮਨਰਾਜ ਕੌਰ ਮੈਨੂੰ ਗੁਰਦੁਆਰੇ ਨਾਲ ਲੈ ਚੱਲ, ਮੈਨੂੰ ਦਿਖਾਈ ਨਹੀਂ ਦਿੰਦਾ। ਅਤੇ ਮੈਂ ਤਾਂ ਬਚਪਨ 'ਚ ਉਹਨਾਂ 'ਤੇ ਅਹਿਸਾਨ ਕਰਕੇ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਣਾ ਵੀ ਮੈਂ ਦਾਦੀ 'ਤੇ ਬਹੁਤ ਵੱਡਾ ਪਰਉਪਕਾਰ ਕਰ ਰਹੀ ਹਾਂ, ਦਾਦੀ ਮਾਂ 'ਤੇ, ਉਹਨਾਂ ਨੂੰ ਮੈਂ ਨਾਲ ਲੈ ਕੇ ਗੁਰਦੁਆਰੇ ਜਾ ਰਹੀ ਹਾਂ। ਮਾਂ ਜੀ ਕਹਿੰਦੇ ਹੁੰਦੇ ਸਾਂ। ਅੱਜ ਸਮਝ 'ਚ ਆਉਂਦਾ
ਕਿ ਇਹ ਉਹਨਾਂ ਦਾ ਢੰਗ ਸੀ ਮੈਨੂੰ ਗੁਰਦੁਆਰੇ ਨਾਲ ਲੈ ਕੇ ਜਾਂਦਾ। ਪੁੱਤਰ ਮੈਨੂੰ ਦਿਖਾਈ ਨਹੀਂ ਦਿੰਦਾ, ਮੈਨੂੰ ਗੁਰਦੁਆਰੇ ਲੈ ਚਲ। ਹੁਣ ਜਿੰਨੀ ਦੇਰ ਉਹਨਾਂ ਨੇ ਬਹਿਣਾ ਮੈਂ ਉਹਨਾਂ ਦੇ ਨਾਲ ਬਹਿਣਾ, ਤੇ ਜਿੰਨੀ ਦੇਰ ਬਹਿਣਾ ਗੁਰਦੁਆਰਾ ਸਾਹਿਬ 'ਚ ਸੁਣਨਾ। ਸੋ ਇਸ ਤਰ੍ਹਾਂ ਬਚਪਨ 'ਚ ਬਹੁਤ ਕੁਝ ਮਿਲਦਾ ਚਲਾ ਗਿਆ। ਇਹ ਸਾਰੇ ਮੇਰੇ ਰਿਲੇਟਿਵਸ ਤਾਂ ਰਹੇ, ਬਟ ਮੇਰੇ ਉਸਤਾਦ, ਮੇਰੇ ਮਾਤਾ ਪਿਤਾ ਨਾਲੋਂ ਵੱਧ ਮੇਰੇ ਗੁਰਮਤਿ ਦੇ ਉਸਤਾਦ ਰਹੇ। ਸੋ ਜੀਵਨ 'ਚ ਜਿੰਨੇ ਕੋ ਵੀ ਮੈਨੂੰ ਆਲੇ ਦੁਆਲੇ ਰਿਸ਼ਤੇ ਮਿਲੇ, ਉਹਨਾਂ ਸਾਰਿਆਂ ਤੋਂ ਗੁਰਮਤਿ ਦਾ ਹਮੇਸ਼ਾ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ। ਉਸ ਮਾਲਿਕ ਦੀ ਅਪਾਰ ਬਖਸ਼ਿਸ਼ ਸਦਕਾ ਸਦਾ ਹੀ ਉਹ ਮਿਲੇ ਜਿਨ੍ਹਾਂ ਨੇ ਗੁਰਮਤਿ ਦੇ ਰਾਹ ਤੁਰਿਆ। ਜੀਵਨ ਵਿੱਚ ਹਰ ਇੱਕ ਕਿਸੇ ਦੇ ਇੱਕ ਆਈਡਲ ਹੁੰਦਾ ਹੈ, ਜਿਸ ਸ਼ਖਸੀਅਤ ਤੋਂ ਤੁਸੀਂ ਬਹੁਤ ਮੁਤਾਸਰ ਹੁੰਦੇ ਹੋ ਕਿ ਮੈਂ ਵੀ ਇਹਨਾਂ ਵਰਗਾ ਬਣ ਜਾਵਾਂ ਜਾਂ ਇਹਨਾਂ ਵਰਗੇ ਗੁਣ ਮੇਰੇ 'ਚ ਵੀ ਆ ਜਾਣ। ਕਿ ਆਪ ਜੀ ਦੇ ਜੀਵਨ ਵਿੱਚ ਐਸੀ ਕੋਈ ਸ਼ਖਸੀਅਤ ਹੈ? ਮੇਰੇ ਜੀਵਨ 'ਚ ਬਚਪਨ ਤੋਂ ਹੀ ਮੇਰੇ ਪਿਤਾ ਮੇਰੇ ਆਈਡਲ ਰਹੇ। ਬਚਪਨ ਵਿੱਚ ਹੀ ਕੋਈ ਪੁੱਛਦਾ ਸੀ ਵੱਡੇ ਹੋ ਕੇ ਕੀ ਬਣਨਾ, ਤਾਂ ਮੈਂ ਕਹਿੰਦੀ ਸੀ ਦਰਜੀ ਬਣਨਾ। ਸੋ ਉਹ ਕਿਤੇ ਨਾ ਕਿਤੇ ਅੱਜ ਉਹਨਾਂ ਦੇ ਭਾਈ ਪੂਰਨਿਆ ਤੇ ਉਹਨਾਂ ਵੱਲੋਂ ਹੀ ਦਿੱਤੀ ਨਿਸ਼ਾਨੀ ਤੇ ਕਿ ਪੜ੍ਹੇ ਲਿਖੇ ਪ੍ਰਚਾਰਕ ਮੇਰੀ ਕੌਮ ਦੇ ਹੋਣ। ਹਰ ਕੋਈ ਉਹ ਜਿਹਨੂੰ ਰੋਟੀ ਨਾ ਜੁੜੇ ਜਾਂ ਜਿਹਨੂੰ ਪੜ੍ਹਨਾ ਨਾ ਆਵੇ ਉੱਠ ਕੇ ਪ੍ਰਚਾਰਕ ਨਾ ਬਣ ਜਾਏ। ਸੋ ਇਹ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਸੀ ਜੋ ਉਹਨਾਂ ਨੇ ਉਮਰ ਦੇ ਅੰਤਲੇ ਵਰ੍ਹਿਆਂ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਰਾਹੀਂ ਉਸ ਸੁਪਨੇ ਨੂੰ ਸਾਕਾਰ ਕੀਤਾ। ਅੱਜ ਮੈਂ ਤੇ ਮੇਰੀ ਛੋਟੀ ਭੈਣ ਮੁਨੀਸ਼ ਕੌਰ ਦੋਵੇਂ ਹੀ ਇਸੇ ਹੀ ਨਿਸ਼ਾਨੇ ਨੂੰ ਸਮਰਪਿਤ ਹਾਂ। ਜੀ, ਸਮਰਪਣ ਦੀ ਜੋ ਭਾਵਨਾ ਹੈ ਇਹ ਕਿਸੇ ਵਿੱਚ ਵੇਖਣ ਨੂੰ ਮਿਲਦੀ ਹੈ। ਪੂਰਨਤਾ ਸਮਰਪਿਤ ਹੋ ਜਾਣਾ ਕਿ ਹੁਣ ਅਸੀਂ ਇਹ ਕਾਰਜ ਜਾਂ ਜੋ ਸਾਡੇ ਪਰਿਵਾਰ ਵਿੱਚ ਸਾਡੇ ਬਜ਼ੁਰਗਾਂ ਨੇ ਜੋ ਲਕਸ਼ ਸਾਧਿਆ ਸੀ ਅਸੀਂ ਉਸ ਵਿੱਚ ਅਗਾਂਹ ਵਧੀਏ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਤੇ ਇਹ ਸਾਨੂੰ ਸਾਰਿਆਂ ਨੂੰ, ਜੇਕਰ ਐਸਾ ਵੀ ਕਈ ਵਾਰੀ ਹੁੰਦਾ ਹੈ ਕਿ ਪਰਿਵਾਰ ਦਾ ਮਾਹੌਲ ਐਸਾ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਦੱਸਦਿਆਂ ਵੀ ਸ਼ਰਮ ਮਹਿਸੂਸ ਕਰਦੇ ਹਾਂ। ਅੱਜ ਦੇ ਸਮੇਂ ਵਿੱਚ ਇੱਕ ਬਾਪ ਵੀ ਆਪਣੇ ਬੇਟੇ ਦੇ ਮੂਹਰੇ ਬੈਠ ਕੇ ਉਹ ਨਸ਼ੇ ਕਰਦਾ ਹੈ ਕਿ ਉਹ ਮੁੜ ਕੇ ਆਪਣੇ ਬੱਚਿਆਂ ਨੂੰ ਕਹਿਣ ਲਈ ਨਹੀਂ ਹੁੰਦਾ ਕਿ ਤੁਸੀਂ ਇਹ ਕਾਰਜ ਨਾ ਕਰੋ। ਇਸ ਲਈ ਆਪਣੇ ਆਪ 'ਚ ਇੱਕ ਐਗਜ਼ਾਮਪਲ ਬਣੀਏ। ਜਿਵੇਂ ਇਹਨਾਂ ਨੇ ਕਿਹਾ ਕਿ ਮੈਂ ਦਰਜੀ ਬਣਨਾ ਚਾਹੁੰਦੀ ਹਾਂ, ਮੈਂ ਆਪਣੇ ਪਿਤਾ ਵਰਗੀ ਬਣਨਾ ਚਾਹੁੰਦੀ ਹਾਂ। ਮੈਂ ਵੀ ਇਹ ਸੋਚਦੀ ਸੀ, ਅੱਜ ਮੈਂ ਇੱਥੇ ਆਪ ਜੀ ਦੇ ਸਾਹਮਣੇ, ਕਿ ਜਦ ਮੈਂ ਆਪਣੇ ਡੈਡੀ ਹੁਣਾਂ ਨੂੰ ਦੇਖਦੀ ਹੁੰਦੀ ਸੀ, ਆਪਣੇ ਪਿਤਾ ਜੀ ਨੂੰ ਦੇਖਦੀ ਹੁੰਦੀ ਸੀ, ਤੇ ਇਹ ਸੋਚਦੀ ਹੁੰਦੀ ਸੀ ਕਦੀ ਮੈਂ ਵੀ ਐਸਾ ਕੀਰਤਨ ਕਰ ਸਕੂੰਗੀ, ਕਦੀ ਮੈਂ ਵੀ ਇਸ ਤਰ੍ਹਾਂ ਦਸਤਾਰ ਸਜਾ ਸਕੂੰਗੀ, ਕਦੀ ਮੈਂ ਵੀ ਬਾਣਾ ਪਾ ਸਕੂੰਗੀ। ਸੋਚਦਿਆਂ ਗੁਰੂ ਨੇ ਬਖਸ਼ਿਸ਼ ਕੀਤੀ, ਐਸੇ ਸੰਤ ਜਨਾਂ ਦਾ ਐਸੀਆਂ ਰੂਹਾਂ ਨਾਲ ਮੇਲ ਕਰਾਇਆ ਕਿ ਅੱਜ ਸਤਿਗੁਰੂ ਦੀ ਕਿਰਪਾ ਵਰਤਦੀ ਹੈ। ਤੇ ਮਹਾਰਾਜ ਕਿਰਪਾ ਕਰਨ ਕਿ ਅੰਤਲੇ ਸਵਾਸਾਂ ਤਾਈਂ ਉਹ ਇਹ ਕਾਰਜ ਸਾਡੇ ਤੋਂ ਕਰਵਾਉਂਦਾ ਰਹੇ ਤੇ ਅਸੀਂ ਵੀ ਸੱਚ ਔਰ ਹੱਕ ਨਾਲ ਇਸ ਤੇ ਪੂਰੇ ਉਤਰ ਸਕੀਏ। ਮੈਂ ਇਹ ਜਾਣਨਾ ਚਾਹਾਂਗੀ ਕਿ ਇਤਨੇ ਲੰਬੇ ਸਮੇਂ ਤੋਂ ਆਪ ਜੀ ਸੇਵਾ ਨਿਭਾ ਰਹੇ ਹੋ ਇੱਕ ਅਧਿਆਪਕ ਦੇ ਰੂਪ ਵਿੱਚ। ਅਧਿਆਪਕ ਦਾ ਫਰਜ਼ ਬਹੁਤ ਵੱਡਾ ਹੈ, ਉਸ ਦਾ ਸਥਾਨ ਬਹੁਤ ਉੱਚਾ ਹੈ ਕਿਉਂਕਿ ਉਹ ਸਿੱਖਿਆ ਦੇ ਰਿਹਾ ਹੈ। ਆਪ ਜੀ ਨੇ ਜਵਾਨ ਬੱਚਿਆਂ ਨੂੰ, ਵੱਡਿਆਂ ਨੂੰ ਤੇ ਬੱਚਿਆਂ ਤੱਕ ਨੂੰ ਸਿੱਖਿਆ ਦਿੱਤੀ ਹੋਵੇਗੀ, ਪਰ ਆਪ ਜੀ ਨੂੰ ਖੁਸ਼ੀ ਕਿਸ ਕਾਰਜ ਵਿੱਚ ਹੁੰਦੀ ਹੈ? ਮੈਨੂੰ ਗੁਰਮਤਿ ਪੜ੍ਹਾਉਣ ਦੇ ਵਿੱਚ ਤਕਰੀਬਨ ਹਰ ਉਮਰ ਦੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਨੌਜਵਾਨਾਂ ਨੂੰ ਕਾਲਜ ਵਿੱਚ, ਅਸੀਂ ਬॉयਜ਼ ਕਾਲਜ ਵਿੱਚ ਮੁੰਡਿਆਂ ਨੂੰ ਤੇ ਗਰਲਜ਼ ਕਾਲਜ ਵਿੱਚ ਲੜਕੀਆਂ ਨੂੰ, ਇਹ ਸਾਡੇ ਕੋਲ +2 ਪਾਸ ਆਉਂਦੇ ਨੇ। ਇਹਨਾਂ ਨੂੰ ਕੱਲ੍ਹ ਨੂੰ ਚੰਗੇ ਸ਼ਹਿਰੀ ਬਣਨਾ ਤੇ ਇਹਨਾਂ ਨੇ ਕਿਵੇਂ ਆਪਣੀ ਮੈਰਿਡ ਲਾਈਫ ਨੂੰ ਗੁਰਮਤਿ ਅਨੁਸਾਰੀ ਢਾਲ ਕੇ ਰੱਖਣਾ, ਜੇ ਇਹਨਾਂ ਨੇ ਪ੍ਰੋਫੈਸ਼ਨਲ ਪ੍ਰਚਾਰਕ ਬਣਨਾ ਤਾਂ ਇਹਨਾਂ ਨੇ ਕਿਵੇਂ ਇਸ ਤਰ੍ਹਾਂ ਦੇ ਪ੍ਰਚਾਰਕ ਬਣਨਾ ਜਿਹੜਾ ਭੁੱਖਾ ਨਾ ਹੋਵੇ। ਉਹਦੇ ਘਰ 'ਚ ਕਿਸੇ ਚੀਜ਼ ਦਾ ਘਾਟਾ ਨਹੀਂ ਹੈਗਾ, ਨੀਅਤ ਨਾਲ ਆਪਣਾ ਕੰਮ ਕਰੀਏ ਤਾਂ ਉਹ ਬਹੁਤ ਕੁਛ ਦਿੰਦਾ।
ਜੀਵਨ ਗੁਰਮਤ ਅਨੁਸਾਰੀ ਹੋਵੇ, ਨੌਜਵਾਨਾਂ ਨਾਲ ਇਸ ਵਿਸ਼ੇ 'ਤੇ ਬਹੁਤ ਸਾਰਾ ਕੰਮ। ਪਰ ਜੋ ਮੇਰੇ ਦਿਲ ਨੂੰ ਬਹੁਤ ਚੰਗਾ ਲੱਗਦਾ ਉਹ ਹੈ ਛੋਟੀ ਉਮਰ ਦੇ ਬੱਚਿਆਂ ਨਾਲ ਕੰਮ ਕਰਨਾ। ਸੋ ਮੈਂ ਜਿੱਥੇ ਵੀ ਜਾਂਦੀ ਹਾਂ ਕਿਸੇ ਪ੍ਰੋਗਰਾਮ 'ਤੇ ਜਾਂ ਕਿਤੇ, ਤਾਂ ਮੈਂ ਉੱਥੇ ਅਕਸਰ ਉਹਨਾਂ ਨੂੰ ਡਿਮਾਂਡ ਕਰਿਆ ਕਰਦੀ ਹਾਂ ਵੀ ਮੈਂ ਜਿਹੜੇ 2-4 ਦਿਨ ਤੁਹਾਡੇ ਕੋਲ ਰਹਿਣਾ, ਗੁਰਦੁਆਰਾ ਸਾਹਿਬ ਕਥਾ ਤਾਂ ਕਰਨੀ ਹੈ ਜਾਂ ਹੋਰ ਕੋਈ ਗੁਰਪੁਰਬ ਦਾ ਪ੍ਰੋਗਰਾਮ ਹੈ ਜਾਂ ਜਿਸ ਤਰ੍ਹਾਂ ਵੀ, ਮੈਨੂੰ ਤੁਸੀਂ ਜੇ ਛੋਟੇ ਬੱਚੇ ਥੋੜ੍ਹੇ ਇਕੱਠੇ ਕਰ ਦਿਓ ਤਾਂ ਮੈਂ ਉਹਨਾਂ ਨਾਲ ਗੱਲ ਜ਼ਰੂਰ ਕਰਨਾ ਚਾਹਾਂਗੀ। ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਜੋ ਮਿਲਿਆ ਹੈ ਉਸ ਲਈ ਧੰਨਵਾਦ ਕਹਿਣਾ ਸਿਖਾਉਣਾ, ਸ਼ੁਕਰਾਨਾ ਕਹਿਣਾ ਸਿਖਾਉਣਾ। ਆਪਣੇ ਮਾਤਾ ਪਿਤਾ ਨੂੰ ਧੰਨਵਾਦ ਦਿਓ, ਵਾਹਿਗੁਰੂ ਜੀ ਨੂੰ ਧੰਨਵਾਦ ਦਿਓ, ਭੈਣ ਭਰਾ ਨੇ ਜ਼ਿੰਦਗੀ ਵਿੱਚ ਉਹਦੇ ਲਈ ਧੰਨਵਾਦ ਦਿਓ। ਇਹ ਸਾਰੇ ਰੱਬ ਦੀਆਂ ਦਿੱਤੀਆਂ ਦਾਤਾਂ ਨੇ। ਛੋਟੇ ਬੱਚਿਆਂ ਨੂੰ ਗੁਰਬਾਣੀ ਸਮਝ ਨਹੀਂ ਆਉਂਦੀ, ਉਹ ਕੰਠ ਕਰ ਲੈਂਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਦੇ ਵਿੱਚ ਮਤਲਬ ਕੀ ਨੇ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਵਰਕਸ਼ਾਪਸ ਉਹਨਾਂ ਦੀਆਂ ਲਾਉਂਦੇ ਹਾਂ ਜੀ, ਛੋਟੇ 4-5 ਸਾਲ ਤੋਂ ਲੈ ਕੇ 15-16-17 ਸਾਲ ਤੱਕ ਦੀ ਉਮਰ ਦੇ ਬੱਚੇ, ਉਹਨਾਂ ਨਾਲ ਜਦੋਂ ਇਸ ਤਰ੍ਹਾਂ ਦੀਆਂ ਵਰਕਸ਼ਾਪ ਲਾ ਕੇ ਕੰਮ ਕੀਤਾ ਜਾਂਦਾ ਕਿ ਆ ਵੀ ਦਾਤਾ ਜੀ ਦੀ ਮਿਹਰ ਹੈ, ਆ ਵੀ ਰੱਬ ਜੀ ਦਾ ਤੋਹਫਾ ਹੈ, ਆ ਵੀ ਰੱਬ ਜੀ ਦਾ ਤੋਹਫਾ ਹੈ, ਤਾਂ ਉਹਨਾਂ ਦੇ ਅੰਦਰ ਜਿਹੜੀ ਗੱਲ ਖੜੀ ਹੁੰਦੀ ਹੈ ਕਿ ਇੰਨੇ ਤੋਹਫੇ ਰੱਬ ਜੀ ਨੇ ਦਿੱਤੇ ਹੋਏ ਨੇ ਅਤੇ ਅਸੀਂ ਰੱਬ ਜੀ ਨੂੰ ਕਦੀ ਵੀ ਧੰਨਵਾਦ ਨਹੀਂ ਦਿੰਦੇ। ਇੱਕ ਵਾਰ ਤਾਂ ਮੈਨੂੰ ਇੱਕ ਛੋਟੇ ਜਿਹੇ ਬੱਚੇ ਨੇ 5 ਕੁ ਸਾਲ ਦਾ ਸੀ, ਕਹਿਣ ਲੱਗਾ ਆਂਟੀ ਜੀ ਰੱਬ ਜੀ ਤਾਂ ਦਿਖਾਈ ਨਹੀਂ ਦਿੰਦੇ, ਫਿਰ ਅਸੀਂ ਉਹਨਾਂ ਨੂੰ ਕਿਵੇਂ ਥੈਂਕ ਯੂ ਕਰੀਏ। ਅਤੇ ਮੈਂ ਕਿਹਾ ਬੇਟੇ ਫਿਰ ਇਸ ਤਰ੍ਹਾਂ ਕਰੋ ਕਿ ਤੁਸੀਂ ਨੈਕਸਟ ਟੂ ਵਾਹਿਗੁਰੂ ਜੀ ਤੁਹਾਡੇ ਕੋਲ ਪੇਰੈਂਟਸ ਹੈਗੇ ਆ, ਤੁਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਗਿਣੋ। ਉਹ ਬੱਚਿਆਂ ਨੇ ਗਿਣਵਾਉਣੀਆਂ ਸ਼ੁਰੂ ਕਰਤੀਆਂ, ਉਹ ਵੀ ਬਹੁਤ ਹੁੰਦੀਆਂ। ਮੈਂ ਕਿਹਾ ਅੱਛਾ ਬੇਟਾ ਜੇ ਤੁਹਾਨੂੰ ਵਾਹਿਗੁਰੂ ਜੀ ਨੂੰ ਥੈਂਕਸ ਨਹੀਂ ਕਹਿ ਸਕਦੇ, ਮੰਮੀ ਡੈਡੀ ਨੂੰ ਤਾਂ ਕਹਿ ਸਕਦੇ ਆ ਨਾ। ਉਹਨਾਂ ਨੇ ਘਰ ਜਾ ਕੇ ਪੂਰੀ ਕਲਾਸ ਮੰਮੀ ਡੈਡੀ ਨੂੰ ਥੈਂਕਸ। ਉਹ ਇੱਕ ਸ਼ੁਰੂਆਤ ਹੋ ਗਈ। ਉਹ ਅੱਜ ਮੇਰੀ ਜ਼ਿੰਦਗੀ ਦਾ ਇੱਕ ਮੁੱਖ ਨਿਸ਼ਾਨਾ ਬਣ ਚੁੱਕਾ ਹੈ, ਛੋਟੀ ਉਮਰ ਦੇ ਬੱਚਿਆਂ ਨੂੰ ਜੋ ਮਿਲਿਆ ਉਹਦੇ ਲਈ ਧੰਨਵਾਦ ਕਹਿਣਾ ਸਿਖਾਉਣਾ। मैं आपसे तो ये जानना चाहांगी कि आज की जो जनरेशन है वो क्यों इतना ज़्यादा गुरमत तो दूर जा रही है? क्योंकि आप जी एक अध्यापक हो, आप जी दे सामने हर तरह का स्टूडेंट आता है जिसनों तुसी हैंडल करते हो, टैकल करते हो। की दोष सिर्फ नौजवानों का है कि उन्होंने ऐसी संगत मिली, या बचपन तो ही उन्होंने की वो देख रहे ने, की संस्कार मिल रहे ने? कई ऐसे भी ने जिन्होंने घर चों कुछ भी नहीं मिलता पर एट अ सर्टन स्टेज वो बाणी और बाणे दे धारनी हो जाते हैं, हालांकि उन्होंने घर विच कोई भी नहीं होता। पर कई ऐसे परिवारों विच हुंदियां होइयां भी कुछ ग्रहण नहीं करते। वॉट इज़ द रीज़न बिहाइंड? इस सारे माहौल का एक कारण है कि अज जो माँ है वो होर सारा कुछ हो गई है, माँ नहीं रही। वो डॉक्टर बन गई, इंजीनियर बन गई, एक्टर बन गई, स्पेस विच चली गई, पता नहीं की कुछ बन गई, ते मर्द नालों ज़्यादा वधिया बन गई। पर बच्चों लिए ना वक्त रहा, ना बच्चों को संस्कार और वैल्यूज़ देने लिए उन्होंने कोल बैठन का रुझान भी नहीं रहा। एक तो है कि वक्त नहीं, तो एक है कि रुझान भी नहीं जी। सानू लगता है कि बच्चे बड़े पढ़े लिखे ने, स्कूलों कॉलेजों चो सब कुछ सीख जाएंगे। नो वे। स्कूल कॉलेज तुहानू वो डिग्रियां दे सकते हैं जिन्हां नाल तुसी कल रोटी कमा सको। सारी अज की जिन्नी एजुकेशन है वो इनफॉर्मेशनल एजुकेशन, इंफॉर्मेशन वैल्यू बेस्ड एजुकेशन नहीं है। वो माँ नानी दादी ने ही देनी सी। जॉइंट फैमिलीज रही नहीं जिथे दादी ते नानी दे सकन। न्यूक्लीयर फैमिलीज विच माँ कोल वक्त नहीं ते रुझान भी नहीं, क्योंकि माँ दियां अपनी किटी पार्टीज, अपने क्लब्स, अपना बहुत कुछ है जिथे माँ सोशली इनवॉल्व है। अच्छा, जिथे वो सोशली इनवॉल्व नहीं भी हैगी उत्थे भी मावा कोल खुद फील्ड विच विचरदे मैं महसूस किया चंगियां किताबां पढ़ना ते बच्चियां नूं उन्हां विच चुन के देना, ये रुझान नहीं जी।
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੇ ਨੌਜਵਾਨ ਨੂੰ ਹਰਾਸ ਕਰਦੀਆਂ। ਬਾਹਰ ਉਹਨੂੰ ਕੁਝ ਮਿਲਦਾ ਨਹੀਂ, ਸਕੂਲ ਕਾਲਜ ਵਿੱਚ ਕੁਝ ਮਿਲਦਾ ਨਹੀਂ, ਦੋਸਤਾਂ ਕੋਲੋਂ ਕੁਝ ਮਿਲਦਾ ਨਹੀਂ, ਟੀਵੀ ਜਾਂਦਾ ਹੈ, ਦੇਖਦਾ ਹੈ ਜਾਂ ਫਿਲਮਾਂ ਵਿੱਚ ਜਾਂਦਾ ਹੈ, ਤੇ ਉੱਥੇ ਵੀ ਗਿਣੀਆਂ ਚੁਣੀਆਂ ਕੁਝ ਫਿਲਮਾਂ ਅਸੀਂ ਕਹਿ ਸਕਦੇ ਹਾਂ ਕਿ ਕਦੀ ਕੁਦਾਈ ਕੋਈ ਈਦ ਦੇ ਚੰਦ ਵਾਂਗੂ ਚਮਕ ਜਾਂਦੀ ਹੈ, ਕੋਈ ਚੰਗੀ ਪਿਕਚਰ। ਅਦਰਵਾਈਜ਼ ਤਾਂ ਸਾਰਾ ਨੌਜਵਾਨ ਨੂੰ ਤਬਾਹੀ ਵਾਲੇ ਪਾਸੇ ਲਿਜਾਣ ਵਾਲਾ ਕੰਮ ਹੈ ਜੀ। ਜਦੋਂ ਬੱਚਾ ਘਰ ਆਉਂਦਾ ਤਾਂ ਮਾਂ ਨੂੰ ਵੀ ਉਹੀ ਸਾਰਾ ਕੁਝ ਕਰਦਿਆਂ ਦੇਖਦਾ ਜੋ ਉਹ ਬਾਹਰ ਕਰਕੇ ਆਇਆ। ਉਹਨੂੰ ਲੱਗਦਾ ਜੇ ਮਾਂ ਪਿਓ ਵੀ ਇਹੀ ਕਰ ਰਹੇ ਨੇ ਤੇ ਮੈਂ ਵੀ ਉਹੀ ਕਰ ਰਿਹਾ ਤਾਂ ਠੀਕ ਹੀ ਹੋਣਾ। ਸੋ ਬੱਚੇ ਅਸੀਂ ਜੋ ਸਮਝਾਉਂਦੇ ਹਾਂ, ਜੋ ਸਿਖਾਉਂਦੇ ਹਾਂ, ਉਹ ਨਹੀਂ ਸਿੱਖਦੇ ਕਦੀ ਵੀ। ਜੀ। ਬੱਚੇ ਉਹ ਸਿੱਖਦੇ ਨੇ ਜੋ ਅਸੀਂ ਕਰਦੇ ਹਾਂ। ਉਹ ਸਾਨੂੰ ਦੇਖਦੇ ਨੇ, ਕਰਦਿਆਂ ਦੇਖਦੇ ਨੇ ਤੇ ਸਿੱਖ ਜਾਂਦੇ ਨੇ। ਸੋ ਜੇ ਅਸੀਂ ਅੱਜ ਦੇ ਮਾਹੌਲ 'ਚ ਆਪਣੇ ਨੌਜਵਾਨ ਬੱਚਿਆਂ ਨੂੰ ਸੰਭਾਲਣਾ ਹੈ ਤਾਂ ਸਾਨੂੰ ਮਾਵਾਂ ਦੀ ਟ੍ਰੇਨਿੰਗ ਤੇ ਆਪਣੇ ਆਪ ਨੂੰ ਤਬਦੀਲ ਕਰਨਾ ਪਏਗਾ। ਸੋ ਐਕਚੁਅਲੀ ਸਾਡੇ ਕੋਲ ਗਰਲਸ ਕਾਲਜ ਵਿੱਚ ਜੋ ਕੰਮ ਚੱਲ ਰਿਹਾ ਹੈ ਉਹ ਜ਼ਿਆਦਾਤਰ ਇਹੀ ਹੈ ਕਿ ਬੱਚੀਆਂ ਪ੍ਰੋਫੈਸ਼ਨਲ ਪ੍ਰਚਾਰਕ ਬਣਨ ਜਾਂ ਨਾ, ਇਹ ਬਾਅਦ ਦੇ ਹਾਲਾਤਾਂ 'ਤੇ ਡਿਪੈਂਡ ਕਰਦਾ। ਅਸੀਂ ਉਹਨਾਂ ਨੂੰ ਕਥਾ, ਲੈਕਚਰ, ਕੀਰਤਨ ਕਰਨਾ ਸਭ ਕੁਝ ਸਿਖਾਉਂਦੇ ਹਾਂ, ਪਰ ਮੇਨ ਮਕਸਦ ਸਾਡਾ ਇਹ ਹੈ ਕਿ ਉਹ ਭਵਿੱਖ ਦੀਆਂ ਸੁਚੱਜੀਆਂ ਮਾਵਾਂ ਹੋ ਸਕਣ। ਜੀ। ਆਪਣੇ ਬੱਚਿਆਂ ਨੂੰ, ਆਪਣੇ ਆਲੇ ਦੁਆਲੇ ਦੇ ਗਲੀ ਮੁਹੱਲੇ ਦੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜ ਸਕਣ, ਕਿਉਂਕਿ ਗੁਰਬਾਣੀ ਵਿੱਚ ਜੋ ਵੈਲਿਊਜ਼ ਨੇ ਉਹ ਕਿਤੇ ਨਹੀਂ। ਔਰ ਜੇ ਵੈਲਿਊਏਬਲ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਗੁਰਬਾਣੀ ਸਾਡੇ ਕੋਲ ਇੱਕੋ ਇੱਕ ਵੈਲਿਊਏਬਲ ਐਜੂਕੇਸ਼ਨ ਦਾ ਜੋ ਹੈ ਸੋਰਸ ਹੈ ਜੀ, ਔਰ ਰਿਚੈਸਟ ਸੋਰਸ ਹੈ। ਹੋਰ ਵੀ ਧਰਮ ਗ੍ਰੰਥਾਂ ਵਿੱਚ ਬੜਾ ਕੁਝ ਹੈ। ਅੱਜ ਤਾਂ ਬਹੁਤ ਸਾਰੀਆਂ ਐਜੂਕੇਸ਼ਨਸ ਵੈਲਿਊ ਬੇਸਡ ਜਿਹੜੀਆਂ ਨੇ ਉਹ ਪੈਸੇ ਲੈ ਕੇ ਵੈਲਿਊਜ਼ ਦੇਣ ਵਾਲੀਆਂ ਐਜੂਕੇਸ਼ਨ ਚੱਲ ਪਈਆਂ ਨੇ ਬਹੁਤ ਸਾਰੀਆਂ, ਬਟ ਸੋਰਸ ਉਹਨਾਂ ਦਾ ਵੀ ਕਿਤੇ ਨਾ ਕਿਤੇ ਗੁਰਬਾਣੀ ਹੈ। ਗੁਰਬਾਣੀ ਨੂੰ ਪ੍ਰੈਕਟੀਕਲ ਕਰਾਉਣਾ, ਜਿਵੇਂ ਹੁਣ ਇੱਕ ਤੁਕ ਹੈ ਸਾਡੇ ਸਾਹਮਣੇ, ਅੱਖਾਂ ਜੀਵਾਂ ਵਿਸਰਿਆ ਮਰ ਜਾਓ। ਬੜੀ ਦੇਰ ਪੜ੍ਹਦੇ ਰਹੇ, ਬਚਪਨ ਨਿਕਲ ਗਿਆ, ਜਵਾਨੀ ਨਿਕਲ ਗਈ, ਸਮਝ ਹੀ ਨਹੀਂ ਆਈ। ਇੱਕ ਦਿਨ ਮਾਲਿਕ ਦੀ ਬਖਸ਼ਿਸ਼ ਹੋਈ ਤਾਂ ਪਤਾ ਲੱਗਾ ਕਿ ਉਹਦੇ ਗੁਣਾਂ ਨੂੰ ਆਖਣਾ ਉਹਦੇ ਵੱਲੋਂ ਮਿਲੇ ਸਭ ਕੁਝ ਲਈ ਸ਼ੁਕਰਾਨਾ। ਇੱਥੋਂ ਉਹਦੇ ਗੁਣ ਸ਼ੁਰੂ ਹੁੰਦੇ ਨੇ। ਦੂਜੇ ਪਾਸੇ ਵਿਸਰਿਆ ਮਰ ਜਾਓ, ਉਹਦੇ ਗੁਣਾਂ ਦਾ ਵਿਸਰਨਾ ਕਦੋਂ ਸ਼ੁਰੂ ਹੁੰਦਾ ਹੈ? ਜਦੋਂ ਅਸੀਂ ਉਹਨੂੰ ਉਲੰਬੇ ਦੇਣੇ ਸ਼ੁਰੂ ਕਰ ਦਿੰਦੇ ਹਾਂ। ਮੈਨੂੰ ਇੱਕ ਗੱਲ ਯਾਦ ਆ ਗਈ, ਤੁਹਾਡੇ ਪਿਤਾ ਜੀ ਤੇ ਮੇਰੇ ਪਿਤਾ ਜੀ ਨਾਲ ਉਹ ਸਾਂਝੀ ਆ। ਮੇਰੇ ਛੋਟੇ ਵੀਰ ਦੀ ਡੈਥ ਹੋਈ, ਐਕਸਪਾਇਰ ਹੋਇਆ। ਉਹ 20 ਸਾਲ ਦਾ ਪਰ ਜਵਾਨ ਸੀ। ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਉਹਦੀ ਅੰਤਮ ਅਰਦਾਸ ਦੇ ਮੌਕੇ 'ਤੇ ਤੁਹਾਡੇ ਪਿਤਾ ਜੀ ਅਮਰੀਕ ਸਿੰਘ ਜ਼ਖਮੀ ਕੀਰਤਨ ਕਰਨ ਲਈ ਆਏ ਹੋਏ ਸਨ। ਮੇਰੇ ਪਿਤਾ ਜੀ ਗਿਆਨੀ ਜਗਜੀਤ ਸਿੰਘ ਸਿੱਧਕੀ ਨੇ ਉਹਨਾਂ ਦੇ ਗੋਡੇ 'ਤੇ ਹੱਥ ਰੱਖਿਆ ਤੇ ਕਿਹਾ, ਜ਼ਖਮੀ ਜੀ ਉਹਨਾਂ ਮੈਂ ਕਿਨੂੰ ਨਾ ਦੀ ਸ਼ਬਦ ਸੁਣਾਓ। ਜੀਵਨ ਦੁੱਖ ਸੁੱਖ ਦੋਵੇਂ ਉਹਦੇ ਦਿੱਤੇ ਨੇ, ਜੋਰ ਨਾ ਜੀਵਨ ਮਰਨ ਨਾ ਜੋਰ। ਅਸੀਂ ਜੋ ਮਿਲਿਆ ਉਹਦੇ ਲਈ ਸ਼ੁਕਰ ਕਰੀਏ, ਤੇ ਜੇ ਉਹਨੇ ਕੁਝ ਵਾਪਸ ਲੈ ਲਿਆ ਤਾਂ ਜਿਸ ਕੀ ਵਸਤ ਤਿਸ ਆਗਿਆ ਰੱਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ। ਉਸ ਤੇ ਜੋਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਇਹ ਜੀਵਨ ਜੇ ਸ਼ੁਕਰਾਨੇ ਨਾਲ ਭਰ ਜਾਏ ਤਾਂ ਸਤ। ਇਹ ਕੀਮਤੀ ਤੇ ਵਡਮੁੱਲੇ ਵਿਚਾਰ ਹਨ ਮੇਰੇ ਅਤੀ ਸਤਿਕਾਰਯੋਗ, ਬਹੁਤ ਬਹੁਤ ਵੱਡੇ ਤੇ ਇੱਕ ਸੁਚੱਜੀ ਸ਼ਖਸੀਅਤ ਦੇ ਮਾਲਕ ਬੀਬੀ ਮਨਰਾਜ ਕੌਰ ਜੀ ਦੇ, ਜਿਹੜੇ ਅੱਜ ਸਿੱਖ ਬੱਚੇ ਬੱਚੀਆਂ ਨੂੰ, ਬੀਬੀਆਂ ਨੂੰ, ਭੈਣਾਂ ਨੂੰ, ਸਿੰਘਾਂ ਨੂੰ ਕੀਰਤਨ ਔਰ ਕਥਾ ਦਾ ਗਿਆਨ ਵੰਡ ਰਹੇ ਨੇ। ਜੀਵਨ ਵਿੱਚ ਕਿੱਥੇ ਇਹ ਲਾਹੇਵੰਦ ਹੋਣ ਜਾਂ ਕਈਆਂ ਲਈ ਨਾ ਹੋਣ, ਪਰ ਇਹ ਆਪਣਾ ਫਰਜ਼ ਨਿਭਾ ਰਹੇ ਨੇ। ਨਾਨਕ ਸਾਹਿਬ ਸਦਾ ਦਿਆਲ। ਜਦ ਅਸੀਂ
ਉਸ ਦੀ ਮਹਿਮਾ ਨੂੰ, ਉਸ ਦੇ ਗੁਣਾਂ ਨੂੰ ਕਹਿੰਦੇ ਰਹੀਏ, ਵਿਚਾਰਦੇ ਰਹੀਏ, ਮੰਨਦੇ ਰਹੀਏ, ਤੇ ਉਹ ਸਤਿਗੁਰੂ ਸਦਾ ਸਦਾ ਖੁਸ਼ੀ ਦੇ ਘਰ ਵਿੱਚ ਆ ਕੇ ਤਰੁੱਠਦਾ ਹੈ ਤੇ ਵੱਡੀਆਂ ਵੱਡੀਆਂ ਅਸੀਸਾਂ ਨਾਲ, ਕਿਰਪਾਵਾਂ ਨਾਲ ਸਾਨੂੰ ਨਿਵਾਜ਼ਦਾ ਹੈ। ਤੇ ਹੁਣ ਆਪਣੇ ਸੀਮਤ ਸਮੇਂ ਵਿੱਚ ਰਹਿੰਦਿਆਂ ਆਪ ਜੀ ਤੋਂ ਇਜਾਜ਼ਤ ਲੈਣੀ ਹੈ। ਪਰ ਜਾਣ ਤੋਂ ਪਹਿਲਾਂ, ਕਿਉਂਕਿ ਅੱਜ ਇਹ ਮੇਰੇ ਬਹੁਤ ਹੀ ਵੱਡੇ ਤੇ ਸਤਿਕਾਰਯੋਗ ਬੀਬੀ ਜੀ ਸਾਡੇ ਸਟੂਡੀਓ ਵਿੱਚ ਆਏ ਨੇ, ਮੈਂ ਚਾਹੁੰਦੀ ਹਾਂ ਕਿ ਕੁਝ ਬਹੁਤ ਹੀ ਕੀਮਤੀ ਤੇ ਸੋਹਣਾ ਜਿਹਾ ਮੈਸੇਜ ਜਾਂ ਕਹਿ ਲਈਏ ਇੱਕ ਸੁਨੇਹਾ ਜੋ ਤੁਸੀਂ ਸਾਡੀਆਂ ਬੀਬੀਆਂ ਨੂੰ ਦੇਣਾ ਚਾਹੋ। ਹਰ ਬੀਬੀ ਜੋ ਮਰਜ਼ੀ ਹੋ ਜਾਏ, ਸਭ ਕੁਝ ਹੋਣ ਤੋਂ ਪਹਿਲਾਂ ਮਾਂ ਹੋਵੇ ਤੇ ਫਿਰ ਆਪ ਭਾਣੇ ਵਿੱਚ ਰਹਿੰਦਿਆਂ ਗੁਰੂ ਅਮਰਦਾਸ ਦੀ ਬੱਚੀ ਬਣਦਿਆਂ ਭੁੱਲੀ ਜੀ, ਭਲਾ ਜੀ, ਭਾਣਾ ਜੀ, ਜਿਨ੍ਹਾਂ ਨੂੰ ਅੱਜ ਸੰਸਾਰ ਭਰ ਵਿੱਚ ਸੌਰੀ, ਓਕੇ ਐਂਡ ਥੈਂਕਸ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ, ਇਹਨਾਂ ਦੀ ਧਾਰਨੀ ਹੋਏ, ਆਪ ਬਾਣੀ ਦੀ ਧਾਰਨੀ ਹੋਏ ਤੇ ਬੱਚਿਆਂ ਨੂੰ ਇਹ ਦੇ ਸਕੇ। ਇਹੀ ਜੀਵਨ ਦਾ ਸੰਦੇਸ਼ ਹੈ ਜੀ। ਜੀਵਨ ਦਾ ਸੰਦੇਸ਼ ਦਿੰਦਿਆਂ, ਥੈਂਕਸ ਕਰਦਿਆਂ, ਧੰਨਵਾਦ ਕਰਦਿਆਂ ਹੁਣ ਅਸੀਂ ਇਜਾਜ਼ਤ ਚਾਹਾਂਗੇ। ਇਤਨੇ ਕੀਮਤੀ ਵਿਚਾਰ ਸੁਣਨ ਨੂੰ ਮਿਲੇ ਨੇ, ਮੇਰੇ ਲਈ ਤੇ ਇਹ ਬਹੁਤ ਵੱਡੇ ਨੇ। ਮੈਂ ਸੋਚਦੀ ਹਾਂ ਕਿ ਮੇਰੇ ਵੀ ਵੱਡੇ ਭਾਗ ਜੋ ਇਹਨਾਂ ਦੇ ਦਰਸ਼ਨ ਹੋਏ ਨੇ। ਅੱਜ ਇੰਨੀਆਂ ਖੂਬਸੂਰਤ ਗੱਲਾਂ ਸੁਣਨ ਨੂੰ ਮਿਲੀਆਂ ਨੇ ਤੇ ਆਪਾਂ ਸਾਰੇ ਹੀ ਜੋ ਕੁਛ ਵੀ ਚੰਗਾ ਲੱਗੇ ਇਸ ਨੂੰ ਹਿਰਦੇ ਵਿੱਚ ਵਸਾ ਲਈਏ। ਤੇ ਜੇ ਕਿਸੇ ਦੇ ਮਨ ਨੂੰ ਕੁਛ ਨਾ ਠੀਕ ਲੱਗਾ ਹੋਵੇ ਤੇ ਬੇਸ਼ੱਕ ਵਿਸਾਰ ਦੇਣਾ। ਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਹੈ। ਭੁੱਲਾਂ ਗਲਤੀਆਂ ਦੀ ਖਿਮਾ, ਇਜਾਜ਼ਤ ਦਿਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।